एडवोकेट ऑफ सुप्रीम कोर्ट ऑफ इंडिया दुष्यंत दवे बहुत नामी वकील ने, मेरे भी आइडल रहे ने। उन्होंने वालों एक बिल साडे ऑफिस नूं रेज़ होया जेल डिपार्टमेंट नूं, वो जिहड़ा तकरीबन 55 ਲੱਖ ਦਾ ਸੀਗਾ। ਤੇ मैं देखिए कि ਕਿਹੜਾ केस ਸੀਗਾ ਜਿਹੜਾ ਇਹ ਬਿੱਲ ਹੋਵੇ, ਤਾਂ मैं वो फाइल समन की। ਤੇ ਜਦੋਂ मैं फाइल समन की ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ फाइल ਸੀ एक गैंगस्टर मुख्तार अंसारी दी। ਤੇ ਉਸ ਤੋਂ ਬਾਅਦ ਮੈਂ ਇੱਕ ਪ੍ਰੀਲਿਮਿਨਰੀ ਆਪਣੇ ਜਿਹੜੇ ਸਪੈਸ਼ਲ ਚੀਫ ਸੈਕਟਰੀ ਉਹਨਾਂ ਨੂੰ ਕਿਹਾ ਕਿ ਇਹਦੇ 'ਤੇ ਪ੍ਰੀਲਿਮਿਨਰੀ ਇਨਕੁਆਇਰੀ ਕੀਤੀ ਜਾਵੇ। ਉਸ ਇਨਕੁਆਇਰੀ ਦੇ ਵਿੱਚ ਜੋ ਅਸੀਂ ਪ੍ਰੀਲਿਮਿਨਰੀ ਇਨਕੁਆਇਰੀ, ਮੈਂ ਫਿਰ ਦੁਬਾਰਾ ਵਰਡ ਪੂਰੀ ਕਰਾਂ, ਪ੍ਰੀਲਿਮਿਨਰੀ ਇਨਕੁਆਇਰੀ ਦੇ ਵਿੱਚ ਜੋ ਅਸੀਂ ਸਾਰਾ ਕੇਸ ਸਟੱਡੀ ਕੀਤਾ, ਇੱਕ FIR ਦੇਖੋ 2019 'ਚ ਲੌਂਚ ਹੁੰਦੀ ਹੈ ਮੋਹਾਲੀ ਦੇ ਵਿੱਚ। ਉਸ FIR ਦੇ ਉੱਤੇ ਕੋਈ ਕਾਰਵਾਈ ਨਹੀਂ। ਉਸ FIR ਦੇ ਬੇਸਿਸ 'ਤੇ ਅੰਸਾਰੀ ਵਾਸ ਸ਼ਿਫਟਡ ਫਰੋਮ ਔਨ ਪ੍ਰੋਡਕਸ਼ਨ ਵਾਰੰਟ ਫਰੋਮ UP ਟੂ ਰੋਪੜ ਜੇਲ੍ਹ। ਮੈਂ ਦੱਸਦਾ ਜੀ ਤੁਹਾਨੂੰ ਸਾਰਾ ਕੁਝ ਦੱਸਦਾ। ਅਤੇ ਉਹਨੂੰ ਇੱਥੇ ਰੱਖਿਆ ਗਿਆ ਜੀ। उस FIR ਦੇ ਉੱਤੇ ਕੋਈ ਚਲਾਨ ਨਹੀਂ ਪੇਸ਼ ਕੀਤਾ ਜਾਂਦਾ, ਪੁਲਿਸ ਕੋਈ ਇਨਵੈਸਟੀਗੇਸ਼ਨ ਨਹੀਂ ਕਰਦੀ। ਮੈਂ ਵਕੀਲ ਵੀ ਹਾਂ, ਕ੍ਰਿਮੀਨਲ ਪ੍ਰੈਕਟਿਸ ਵੀ ਕੀਤੀ ਹੈ ਬਹੁਤ। ਅਗਰ ਕੋਈ ਜੁਰਮ 7 ਸਾਲ ਤੋਂ ਘੱਟ ਹੈ ਉਹਦੇ ਵਿੱਚ 60 ਦਿਨ, ਐਂਡ ਇਫ ਦਾ offense is ਜਿਹਦੇ 'ਚ ਤੁਹਾਡੀ ਇੰਪ੍ਰਿਜ਼ਨਮੈਂਟ 7 ਸਾਲ ਤੋਂ ਵੱਧ ਹੋ ਸਕਦੀ ਹੈ 90 ਡੇਜ਼, 90 ਦਿਨ ਬਾਅਦ ਡਿਫਾਲਟ ਬੇਲ ਹੋ ਜਾਂਦੀ ਹੈ। ਯਾਨੀ ਜੇ ਅਗਰ ਸਰਕਾਰ ਚਲਾਨ ਨਹੀਂ ਪੇਸ਼ ਕਰਦੀ, ਪੁਲਿਸ ਫੇਲਸ, ਤਾਂ ਡਿਫਾਲਟ। ਮਿਸਟਰ ਮੁਖਤਾਰ ਅੰਸਾਰੀ ਨੇ ਡਿਫਾਲਟ ਬੇਲ ਵੀ ਨਹੀਂ ਲਈ। ਇਸ ਦਾ ਮਤਲਬ ਸਾਫ਼ ਸੀਗਾ ਕਿ ਉਹਨਾਂ ਨੂੰ ਵਿਦ ਇੰਟੈਂਸ਼ਨ ਹੀ ਵਾਸ ਕੈਪਟ ਇਨ ਪੰਜਾਬ ਰੋਪੜ ਜੇਲ੍ਹ, ਸਾਡੀ ਜੇਲ੍ਹ ਦੇ ਵਿੱਚ। ਹੋਰ ਨਹੀਂ, ਉਸ ਦੌਰਾਨ UP ਦੇ ਕਈ ਕੋਰਟਾਂ ਦੇ ਵੱਲੋਂ ਪ੍ਰੋਡਕਸ਼ਨ ਵਾਰੰਟ ਆਉਂਦੇ ਗਏ। ਇੱਕ ਕੋਰਟ ਵੱਲੋਂ 26 ਵਾਰੀ ਪ੍ਰੋਡਕਸ਼ਨ ਵਾਰੰਟ ਭੇਜਿਆ ਗਿਆ ਐਜ਼ ਅ ਪਾਰਟ ਆਫ ਅ ਕ੍ਰਿਮੀਨਲ ਜੁਡੀਸ਼ੀਅਲ ਸਿਸਟਮ। ਜਦੋਂ ਇੱਕ ਸਟੇਟ ਜਾਂ ਇੱਕ ਡਿਸਟ੍ਰਿਕਟ ਦੀ ਪੁਲਿਸ ਜਾਂ ਦੂਜੀ ਸਟੇਟ ਦੀ ਪੁਲਿਸ ਕਿ ਪ੍ਰੋਡਕਸ਼ਨ ਵਾਰੰਟ ਮੰਗਦੀ ਹੈ ਤਾਂ ਦੇ ਦੇਣਾ ਚਾਹੀਦਾ, ਕਿਉਂਕਿ ਉਹ ਵੀ ਜਦੋਂ ਇੱਕ ਇੰਨਾ ਕਹਿ ਸਕਦੇ ਨਾਮੀ ਗੈਂਗਸਟਰ ਹੋਵੇ, ਉਹ ਨਹੀਂ ਦਿੱਤਾ ਗਿਆ। they have to go to approach to the Supreme Court of India। Supreme Court of India ਦੇ ਰਿਟ ਦੇ ਵਿੱਚ ਤੇ ਪਤਾ ਸੀ ਇਹ ਕੇਸ ਇੱਕ ਪਾਸੇ ਇੱਕ ਸਟੇਟ ਦੇ ਵਿੱਚ ਇੰਨੇ ਜ਼ਿਆਦਾ ਪਰਚੇ ਹੈ ਤੇ ਇੱਥੇ ਕੋਈ FIR ਜਿਹੜੇ ਚਲਾਨ ਵੀ ਹੈ ਨਹੀਂ, ਤਾਂ ਓਬਵੀਅਸ ਸੀਗਾ ਕਿ ਉਹ ਹੀ ਹੈਜ਼ ਟੂ ਬੀ ਸ਼ਿਫਟਡ। ਪਰ ਤਾਂ ਵੀ ਪ੍ਰੋਟੈਕਟ ਕੀਤਾ ਗਿਆ, ਇੱਕ ਸੀਨੀਅਰ ਐਡਵੋਕੇਟ ਖੜਾ ਕਰਾਇਆ ਗਿਆ ਜਿਨ੍ਹਾਂ ਦੀ ਇੱਕ ਪੇਸ਼ੀ ਅਗਰ ਤਾਂ ਇਫੈਕਟਿਵ ਹੀਅਰਿੰਗ ਹੈ, ਤਰੀਕ ਪੈ ਜਾਵੇ ਤਾਂ 11 ਲੱਖ ਰੁਪਏ ਪੰਜਾਬ ਦੀ ਜਨਤਾ ਦਊਗੀ, ਕਿਉਂਕਿ ਸਾਰਾ ਟੈਕਸ ਦਾ ਪੈਸਾ ਪੰਜਾਬ ਦੇ ਲੋਕ ਦਿੰਦੇ ਆ। ਜੇ ਤਰੀਕ ਨਾ ਪਵੇ, ਉਸ ਦਿਨ ਨੰਬਰ ਨਾ ਆਏ ਤਾਂ 5.5 ਲੱਖ, ਡਰਾਫਟਿੰਗ 5.5 ਲੱਖ ਤੋਂ 55 ਲੱਖ ਰੁਪਇਆ ਜੀ ਉਹ ਹੋਇਆ। ਤਾਂ ਉਸ ਤੋਂ ਬਾਅਦ ਜਦੋਂ ਮੇਰੀ ਫਾਈਲ ਆਇਆ ਰਿਫਿਊਜ਼, ਮੈਂ ਕਿਹਾ ਜੀ ਮੈਂ ਤਾਂ ਬਿੱਲ ਪਾਸ ਨਹੀਂ ਕਰੂੰਗਾ, ਕਿਉਂਕਿ ਮੈਨੂੰ ਪੰਜਾਬੀਆਂ ਨੇ ਜ਼ਿੰਮੇਵਾਰੀ ਦਿੱਤੀ ਹੈ। ਮੇਰੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜਾ ਹਰਾ ਪੈਨ ਜਿਹੜਾ ਤੁਹਾਨੂੰ ਬਖਸ਼ਿਆ ਗਿਆ, ਇਹਦੇ ਤੋਂ ਫਾਈਲ ਕਰਨ ਤੋਂ ਪਹਿਲਾਂ ਹਮੇਸ਼ਾ ਸੋਚਣਾ ਕਿ ਕੋਈ ਪੰਜਾਬੀਆਂ ਦਾ ਇੱਕ ਪੈਸਾ ਵੀ ਬਰਬਾਦ ਨਾ ਹੋਵੇ। ਤਾਂ ਪ੍ਰੀਲਿਮਿਨਰੀ ਇਨਕੁਆਇਰੀ ਕਰਾਈ। ਪ੍ਰੀਲਿਮਿਨਰੀ ਇਨਕੁਆਇਰੀ ਦੇ ਵਿੱਚ ਇਹ ਆਇਆ ਕਿ 2 ਬੈਰਕਾਂ ਤੇ ਜੋ 25 ਬੰਦੇ ਰੋਕੇ ਜਾ ਸਕਦੇ ਸੀ, ਦੇ ਵਰ ਸਪੈਸ਼ਲੀ ਰੈਨੋਵੇਟਡ। ਉੱਥੇ ਮੁਖਤਾਰ ਅੰਸਾਰੀ ਨੂੰ ਰੱਖਿਆ ਗਿਆ। ਉਸ ਦੌਰਾਨ ਉਸ ਦੀ ਵਾਈਫ ਸਵੇਰੇ ਆਉਂਦੀ ਸੀ ਤੇ ਸ਼ਾਮ ਤੱਕ 7-8 ਵਜੇ ਤੱਕ ਨਾਲ ਰਹਿਣੀ, ਤੇ ਹੋਰ ਵੀ ਬੰਦੇ। ਇਟ ਵਾਸ ਹਿਜ਼ ਵਿਲ, ਉਹ ਜਿਹਨੂੰ ਮਰਜ਼ੀ ਬੁਲਾਵੇ, ਜਿਹਨੂੰ ਮਰਜ਼ੀ ਉਹ ਨਾ ਮਿਲੇ, ਉਹਦੀ ਮਰਜ਼ੀ ਦੇ ਅਨੁਸਾਰ ਇੱਕ VVIP ਟਰੀਟਮੈਂਟ ਉਹ ਉੱਥੇ ਮਿਲਦਾ ਰਿਹਾ। ਇਹਦੇ ਉੱਤੇ ਇਹਨੇ ਕਿਹਾ ਜੀ, ਮੈਂ ਸੁਣ ਰਿਹਾ ਸੀ, ਹੈਰਾਨ ਹੈ ਮੈਂ ਤੁਹਾਨੂੰ। ਦੇਖੋ ਫॉर्म ਦਾ ਕਾਜ਼ ਆਫ ਐਕਸ਼ਨ, ਜਦੋਂ ਪਹਿਲਾਂ ਕਾਜ਼ ਆਫ ਐਕਸ਼ਨ ਨਹੀਂ ਹੈ ਤਾਂ ਕ੍ਰਾਈਮ ਬਣ ਜਾਂਦਾ ਹੈ। ਤਾਂ ਸਿੰਸ ਇਟ ਇਨਵੋਲਵਸ ਅ ਵੈਰੀ ਸੀਰੀਅਸ ਥਿੰਗ, ਮੇਰੇ ਕੋਲੇ ਜਦੋਂ ਫਾਈਲ ਆਈ ਮੈਂ ਕਿਹਾ ਜੀ ਲੈਟ FIR ਬੀ ਰਜਿਸਟਰਡ ਐਂਡ ਹੈਵ ਸੈਂਡ ਅ ਫਾਈਲ ਟੂ CM ਸਾਹਿਬ ਨੂੰ ਭੇਜਤੀ, ਉਹਨਾਂ ਦੇ ਕੋਲ ਹੈ, ਕਿਉਂਕਿ ਇਹਦੇ 'ਤੇ ਹੋਣਾ ਚਾਹੀਦਾ, ਕਿਉਂਕਿ ਉਹ ਸਾਡੇ ਕੋਲ 2 ਸਾਲ 3 ਮਹੀਨੇ ਰਿਹਾ। 2 ਸਾਲ 3 ਮਹੀਨੇ 'ਚ ਇੱਕ ਸਪੈਸ਼ਲ ਬੈਰਕਾਂ ਕੌਣ ਉਹਦੇ ਕੋਲ ਆਉਂਦਾ ਸੀ, ਜਾਂਦਾ ਸੀ, ਸਾਰਾ ਰਿਕਾਰਡ। ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ। ਸੁਣ ਲਓ ਯਾਰ, ਮੈਂ ਤੁਹਾਨੂੰ ਦੱਸ ਰਿਹਾ ਨਾ, ਮੈਂ ਪ੍ਰੂਫ ਵੀ ਦੱਸ ਰਿਹਾ। 2 ਸਾਲ 3 ਮਹੀਨੇ, ਠੀਕ ਹੈ, ਔਨ ਦਾ ਪੁਆਇੰਟ ਆਫ ਬਿਲ। ਮੈਨੂੰ ਇਹ ਦੱਸ ਦੇਣ ਫਿਰ ਉਹ FIR ਕੀ ਸੀ, ਜੋ FIR ਕੀਤੀ ਸੀ ਉਸ FIR 'ਤੇ ਚਲਾਨ ਕਿਉਂ ਨਹੀਂ ਦਿੱਤਾ? ਕਿਹਦੇ ਜਾਨੀ ਉਹ ਤਾਂ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿਹਦੇ ਕਹਿਣ 'ਤੇ ਰੱਖਿਆ। ਵਾਟ ਵਾਸ ਦਾ ਰੀਜ਼ਨ? ਇੱਕ ਗੈਂਗਸਟਰ ਨੂੰ ਤੁਸੀਂ ਇੱਕ ਬੈਰਕਾਂ ਖਾਲੀ ਕਰਕੇ ਦੇ ਰਹੇ ਹੋ, 2 ਸਪੈਸ਼ਲ ਦਿੱਤੇ ਗਏ ਹੈ। ਅੱਛਾ, ਉਸ ਤੋਂ ਬਾਅਦ ਜੀ ਉਹ ਜਦੋਂ ਹੁਣ ਉਹ ਫਾਈਲ ਉੱਥੇ ਪਈ ਹੈ, ਇਸ ਤੋਂ ਇਲਾਵਾ ਮੈਂ ਹੋਰ ਸਟੱਡੀ ਕੀਤਾ ਜੀ, ਜੋ ਮੇਰੇ ਕੋਲ ਜਾਣਕਾਰੀ ਹੈ ਜੀ, ਇਹ ਸਾਰਾ ਤਾਂ ਹੀ ਮੈਂ ਕਹਿ ਰਿਹਾ ਇਨਵੈਸਟੀਗੇਸ਼ਨ ਇਜ਼ ਨੀਡਡ। UP ਪੁਲਿਸ ਦੀ ਇੰਟੈਲੀਜੈਂਸ ਦੀ ਇਨਫੋਰਮੇਸ਼ਨ ਹੈ, IB ਦੀ ਇਨਫੋਰਮੇਸ਼ਨ ਹੈ ਦੈਟ ਹਿਜ਼ ਵਾਈਫ ਵਾਸ ਸਟੇਇੰਗ ਓਵਰ ਦੇਅਰ, ਐਂਡ ਉਹ ਰੋਪੜ ਰਹਿੰਦੀ ਸੀ ਇੱਕ ਹੋਰ ਲੈ ਕੇ, ਉੱਥੋਂ ਸਾਰਾ ਨੈਕਸਸ ਚੱਲਿਆ। ਹੁਣ 2 ਸਾਲ 3 ਮਹੀਨੇ ਕਿਹਨੂੰ ਕਾਲ ਕੀਤਾ, ਕੌਣ ਮਿਲਿਆ, ਕੌਣ ਉਸ ਨੈਕਸਸ 'ਚ ਹੈ, ਕਿਹੜੇ ਮੰਤਰੀ, ਕਿਹੜੇ ਲੀਡਰ ਹੈ, ਲੈਟ ਇਟ ਬੀ ਓਪਨ ਨਾ, ਇਹ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਹੈ। ਬਟ ਦੱਸੋ, ਜਦੋਂ ਤੁਹਾਡੇ ਕੋਲੇ ਫਾਈਲ 'ਤੇ ਚੀਜ਼ਾਂ ਆਉਣ, ਐਜ਼ ਅ ਮਿਨਿਸਟਰ ਇਹ ਮੇਰੀ ਡਿਊਟੀ ਸੀ ਪੰਜਾਬੀਆਂ ਨੂੰ ਦੱਸਣਾ, ਹਾਊਸ ਨੂੰ ਦੱਸਣਾ, ਤੇ ਉਹਦੀ ਕਾਰਵਾਈ ਹੋਊਗੀ। ਮੈਂ ਤੁਹਾਨੂੰ ਕਹਿ ਰਿਹਾ ਸਾਰੇ ਤੁਸੀਂ ਜੋ FIR ਦੀ ਗੱਲ ਕਰਦੇ ਹੋ, ਉਸ FIR 'ਚ ਕਿਹਦੇ ਨਾਮ ਨੇ? ਮੈਂ ਤੁਹਾਨੂੰ ਦੁਬਾਰਾ ਥੋੜਾ ਜਿਹਾ ਉਹ ਦੱਸ ਦਿਓ, ਮਾਮਲਾ ਕੀ ਦਰਜ ਕਰਿਆ ਇਹਨਾਂ ਨੇ? ਕੁਛ ਤਾਂ ਇੱਕ ਮਾਮਲਾ ਕੀਤਾ ਕਿ ਐਕਸਟੋਰਸ਼ਨ ਜੀ, ਇੱਕ ਲੇਡੀ, ਉਸ ਲੇਡੀ ਦਾ ਵੀ ਕੁਝ ਨਹੀਂ ਪਤਾ,
ਕਿ ਇੱਕ ਲੇਡੀ ਨੂੰ ਕਾਲ ਆਈ ਕਿ ਮੁਖਤਾਰ ਅੰਸਾਰੀ ਉਸ ਤੋਂ ਪੈਸੇ ਮੰਗਦਾ, ਉਹ FIR ਦਰਜ ਕਰਕੇ ਮੋਹਾਲੀ 'ਚ ਉਹਨੂੰ ਚੱਕ ਕੇ ਤੇ ਲਿਆ। मैन साहब इसमें कौन कौन से बड़े ऑफिसर इन्वॉल्व हैं? क्योंकि ਮੈਂ ਤੁਹਾਨੂੰ ਫੇਰ ਕਹਿ ਰਿਹਾ ਜੀ, ਹੁਣ ਮੈਂ ਤਾਂ ਇਹ ਫਾਈਲ ਭੇਜਤੀ ਹੈ ਮੁੱਖ ਮੰਤਰੀ ਸਾਹਿਬ, ਮੈਂ ਕਿਹਾ ਲੈਟ FIR ਬੀ ਲੌਜਡ ਐਂਡ ਇਟ ਨੀਡਸ ਅ ਪ੍ਰੋਪਰ ਇਨਵੈਸਟੀਗੇਸ਼ਨ। ਪ੍ਰੋਪਰ ਇਹ ਬੜਾ ਸੀਰੀਅਸ ਇਸ਼ੂ ਹੈ ਜੀ, ਦਿਸ ਇਜ਼ ਅ ਵੈਰੀ ਸੀਰੀਅਸ ਇਸ਼ੂ। 2 ਸਾਲ 3 ਮਹੀਨੇ ਉਹ ਕੀ ਕਰਦਾ ਰਿਹਾ, ਕੌਣ ਉਹਨੂੰ ਮਿਲਦਾ ਸੀ, ਇਹ ਸਾਰਾ ਹੁਣ ਉਹ ਕਹਿੰਦੇ ਜੀ ਸੀ ਉਹ ਸਭ ਕੁਝ ਆਊਗਾ, ਕਾਲ ਰਿਕਾਰਡਿੰਗਸ ਆਉਣਗੀਆਂ, ਕਾਲ ਲੋਕੇਸ਼ਨਸ ਆਉਣਗੀਆਂ। ਇਫ ਮੈਂ ਫੁੱਲ ਕਮਾਂਡ ਦੇ ਨਾਲ, ਆਈ ਐਮ ਅ ਲਾਇਰ, ਆਈ ਹੈਵ ਪ੍ਰੈਕਟਿਸ ਐਟ ਹਾਈ ਕੋਰਟ, ਆਈ ਐਮ ਈਵਨ ਸੁਪਰੀਮ ਕੋਰਟ, ਤੇ ਮੇਰੇ ਕੋਲ ਕਈ ਹੋਰ ਚੀਜ਼ਾਂ ਵੀ ਹੈ। ਉਸ ਤੋਂ ਬਾਅਦ ਉਹ ਇਸ਼ੂ ਲਿਆਏ ਲਾਰੈਂਸ ਬਿਸ਼ਨੋਈ ਜੀ ਤਿਹਾੜ ਜੇਲ੍ਹ। ਮੈਂ ਦੱਸਣਾ ਚਾਹੂੰਗਾ ਜੀ ਤਿਹਾੜ ਜੇਲ੍ਹ ਵਿਦ ਫੁੱਲ ਅਥਾਰਟੀ, ਤਿਹਾੜ ਜੇਲ੍ਹ ਦੀ ਜਿਹੜੀ ਸਿਕਿਉਰਿਟੀ ਰੱਖ, ਤਿਹਾੜ ਜੇਲ੍ਹ ਦੁਨੀਆ ਦੀ ਸਭ ਤੋਂ ਵੱਡੀ ਜੇਲ੍ਹ ਹੈ ਜੀ, ਉਹਦਾ MHA ਦੇ ਕੋਲ ਹੈ, ਮਿਨਿਸਟਰੀ ਆਫ ਹੋਮ ਅਫੇਅਰਸ। ਮੈਂ ਤੁਹਾਨੂੰ ਦੇਖੋ ਜੀ, ਮੈਂ ਕੋਈ ਵੀ ਗੱਲ ਜਿਹੜੀ ਹੈ ਨਹੀਂ ਕਹਿੰਦਾ। ਆਹ ਦੇਖੋ, ਇੱਕ ਮੈਂ ਆਹ ਸੁਪਰੀਮ ਕੋਰਟ ਦੇ ਆ ਦੱਸ ਰਿਹਾ ਜੀ, ਆ ਲੋ ਜੀ, ਆਹ ਪੇਜ ਹੈ ਜੀ, ਆਹ ਇੱਕ ਰਿਟ ਪਟੀਸ਼ਨ ਹੈ ਸਰ, ਸੌਰੀ ਸਟੇਟ ਇਨ ਤਿਹਾੜ ਜੇਲ੍ਹ ਮਰਡਰ ਹੈਪਨਿੰਗ, ਸੁਪਰੀਮ ਕੋਰਟ ਆਸਕਸ MHA ਮਿਨਿਸਟਰੀ ਆਫ ਹੋਮ ਅਫੇਅਰਸ। MHA ਦੀ ਜ਼ਿੰਮੇਵਾਰੀ ਹੈ ਤਿਹਾੜ ਦੇ ਵਿੱਚ, ਠੀਕ ਹੈ। ਉਹ ਐਵੇਂ ਸਾਡੀ ਦੇਖੋ, ਮੇਰੇ ਕੋਲ ਜਦ ਦਾ 100 ਦਿਨ ਆਇਆ, 1600 ਤੋਂ ਉੱਤੇ ਮੋਬਾਈਲ ਮੈਂ ਰਿਕਵਰ ਕੀਤਾ। ਟੈਕਨੋਲੋਜੀ ਨੂੰ ਟਾਈਮ ਲੱਗੂਗਾ, ਪਰ 1600 ਤੇ ਪਿਛਲੇ ਪੂਰੇ ਸਾਲ 'ਚ 2900, ਮੇਰੇ 100 ਦਿਨਾਂ 'ਚ 1600 ਮੋਬਾਈਲ। ਮੈਂ ਨਹੀਂ ਕਹਿੰਦਾ ਕਿ ਮੋਬਾਈਲ ਬੰਦ ਹੋ, ਟੋਟਲੀ ਗਾਇਬ ਕਰਤੇ ਆ, ਬਟ ਅਸੀਂ ਰਿਕਵਰੀ ਹੈਜ਼ ਬੀਨ ਦਾ ਹਾਈਐਸਟ, ਸਾਡੀ ਕਮਿਟਮੈਂਟ ਹੈ। ਤੇ ਇਹ ਪਰ ਉਸ ਦੌਰਾਨ 5 ਸਾਲ ਦੀ ਸਰਕਾਰ ਦੇ ਵਿੱਚੋਂ 2.5 ਸਾਲ। सर एक सवाल है, हाँ जी। हरियाणा में जैमर लगाए गए हैं हाँ अब जी। जेलों में, पंजाब सरकार क्या ਸਰ ਮੈਂ ਤੁਹਾਨੂੰ ਦੱਸਦਾ ਜੀ, ਮੈਂ ਦੱਸ ਰਿਹਾ ਜੀ, ਨਹੀਂ ਲੱਗੇ ਉਹ ਇੱਦਾਂ ਨਹੀਂ, ਹਾਈ ਸਿਕਿਉਰਿਟੀ ਸਾਰੇ ਸੈੱਲਾਂ ਦੇ ਵਿੱਚ ਵੀ ਹੈਵ ਸੈਂਟ ਅ ਪ੍ਰਪੋਜ਼ਲ। ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਜਿਹੜੇ ਹਾਈ ਸਿਕਿਉਰਿਟੀ ਸੈੱਲ ਉਹ ਜੈਮ ਕਰ ਰਹੇ ਆ। BSN ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਇੱਕ ਬਹੁਤ ਬੇਸਿਲ ਦੇ ਨਾਲ, ਹੋਰ ਪਬਲਿਕ ਸੈਕਟਰ ਅੰਡਰਟੇਕਿੰਗਸ ਨਾਲ, ਈਵਨ ਜੈਮਰ ਨਾਲ ਵੀ ਮੋਬਾਈਲ ਬੰਦ ਨਹੀਂ ਹੁੰਦੇ, ਕਿਉਂਕਿ ਜੇਲ੍ਹ ਬਹੁਤ ਵੱਡਾ ਰਕਬਾ ਹੁੰਦਾ ਹੈ, ਬਲੈਕ ਸਪੌਟਸ ਰਹਿ ਜਾਂਦੇ ਨੇ, ਗ੍ਰੇ ਏਰੀਆਸ ਰਹਿ ਜਾਂਦੇ। ਮੈਂ ਉਸ ਤੋਂ ਵੀ ਐਡਵਾਂਸ, ਜਿਹੜੀ ਇੰਡੀਆ ਦੀ ਹੁਣ ਤੱਕ ਦੀ ਸਭ ਤੋਂ ਐਡਵਾਂਸ ਟੈਕਨੋਲੋਜੀ RF ਰੇਡੀਓ ਫ੍ਰੀਕੁਐਂਸੀ, EMF ਇਲੈਕਟ੍ਰੋਨਿਕ ਮੈਗਨੈਟਿਕ ਫ੍ਰੀਕੁਐਂਸੀ, ਅਸੀਂ ਉਹਨਾਂ ਤੇ ਵੀ ਕੰਮ ਕਰ ਰਹੇ ਹਾਂ। ਬਹੁਤ ਸਾਰੀ ਪ੍ਰੈਜੈਂਟੇਸ਼ਨਸ, ਬਹੁਤ ਸਾਰੇ ਉਹਨਾਂ ਦੇ ਨਾਲ PSUs ਦੇ ਨਾਲ ਅਸੀਂ ਹੈ ਜਿਹੜੇ ਬੈਸਟ ਹੈ। ਸਨੀਪਰ ਡੌਗਸ ਨੂੰ ਅਸੀਂ ਇੰਟਰੋਡਿਊਸ ਕਰਨ ਜਾ ਰਹੇ ਹਾਂ ਜੇਲ੍ਹਾਂ ਦੇ ਵਿੱਚ, ਤਾਂ ਕਿ ਜਿਹੜੇ ਬਾਹਰੋਂ ਥਰੂ ਆਉਂਦੇ ਆ, ਸਨੀਪਰ ਡੌਗਸ ਨੂੰ ਟ੍ਰੇਨ ਕਰਕੇ ਅਸੀਂ ਬਹੁਤ ਜਲਦੀ ਉਹ ਵੀ ਲੈ ਕੇ ਆ ਰਹੇ। ਯੈਸ, ਵੀ ਆਰ ਟ੍ਰੇਨਿੰਗ ਦੈਮ, ਉਹਨਾਂ ਨੂੰ ਵੀ ਅਸੀਂ ਜੇਲ੍ਹਾਂ ਦੇ ਵਿੱਚ ਇੰਟਰੋਡਿਊਸ ਕਰ ਰਹੇ ਹਾਂ। ਇੱਦਾਂ ਦੇ ਬਹੁਤ ਕੁਛ ਹੈ। ਤੇ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਆ ਜਿਹੜੀ ਤੁਹਾਨੂੰ ਇੱਕ ਮੈਂ ਡਾਕੂਮੈਂਟ ਦਿਖਾ ਦੇਵਾਂ, ਤੇ ਇਹਦੇ ਤੇ ਵੀ ਹੈ, ਆ ਦੇਖੋ, ਆ ਵੀ ਇੱਕ ਬੜੀ ਅਹਿਮ ਹੈ ਜੀ। ਸੋ ਇਸ ਸੇਜ਼ ਕਿ UP ਦੀ ਇੰਟੈਲੀਜੈਂਸ ਤੇ IB ਵਾਸ ਨੋਇੰਗ ਕਿ ਹਿਸ ਵਾਈਫ ਵਾਸ ਸਟੇਇੰਗ, ਅਤੇ ਹੋਰ ਵੀ ਬਹੁਤ ਸਾਰੇ। UP ਪੁਲਿਸ ਆਈ ਔਨ ਅਸਕੌਂਡਿੰਗ ਫੈਮਿਲੀ ਮੈਂਬਰ ਆਫ ਇਨਫੋਰਮੇਸ਼ਨ ਅਬਾਊਟ ਮੁਖਤਾਰ ਅੰਸਾਰੀ ਫੈਮਿਲੀ ਹਾਈਡਿੰਗ ਇਨ ਰੋਪੜ। ਇਹ ਬੜੇ ਗੰਭੀਰ ਨੇ, ਤੇ ਮੈਂ ਪੂਰੀ ਇਹ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ, ਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ। ਅੱਛਾ, ਉਹਦੇ ਤੇ ਨਹੀਂ ਬੋਲਦੇ ਕਿ FIR ਕਿਉਂ ਕੀਤੀ, ਚਲਾਨ ਕਿਉਂ ਨਹੀਂ ਹੋਇਆ, 2 ਸਾਲ ਕਿਉਂ ਨਹੀਂ ਪ੍ਰੋਡਕਸ਼ਨ ਵਾਰੰਟ। ਅੱਜ ਅਸੀਂ ਅੱਜ ਪੰਜਾਬ ਸਰਕਾਰ ਲੈ ਕੇ ਆਈ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਾਰੈਂਸ ਬਿਸ਼ਨੋਈ ਨੂੰ, ਜੱਗੂ ਭਗਵਾਨ। ਅੱਛਾ, ਹੋਰ ਸੁਣੋ, ਇੱਕ ਹੋਰ ਬਹੁਤ ਅਹਿਮ ਗੱਲ, ਇਹਨੂੰ ਬਚਾਉਣ ਲਈ ਅਸੀਂ ਦੁਸ਼ਯੰਤ ਦਾਅਵੇ ਕਰ ਰਹੇ ਹਾਂ। ਲਾਰੈਂਸ ਬਿਸ਼ਨੋਈ, ਬਠਿੰਡਾ ਜੇਲ੍ਹ ਸਾਡੀ ਸਭ ਤੋਂ ਬੈਸਟ ਜੇਲ੍ਹ ਹੈ ਜੀ, ਅਸੀਂ ਬੈਸਟ ਜੇਲ੍ਹ ਹੈ, ਉੱਥੇ ਲੋਕ ਰਹਿੰਦੇ ਸੀ। ਹੁਣ ਵੀ ਮੈਂ ਜਦੋਂ ਬਠਿੰਡਾ ਜੇਲ੍ਹ ਦਾ ਦੌਰਾ ਕੀਤਾ, ਉੱਥੇ ਜਦੋਂ ਬੰਦਾ ਚਾਹੇ ਜਿੰਨਾ ਮਰਜ਼ੀ ਨਾਮੀ ਗੈਂਗਸਟਰ, ਉਹਦਾ ਹਿੰਮਤ ਟੁੱਟ ਜਾਂਦੀ ਆ। ਉਹ ਬਠਿੰਡੇ ਤੋਂ ਤਿਹਾੜ ਚਲੇ ਗਏ, ਅਸੀਂ ਕਿਉਂ ਨਹੀਂ ਕੋਈ ਵਕੀਲ ਕੀਤਾ ਉਹਨਾਂ ਨੂੰ ਵਾਪਸ ਲੈ ਕੇ ਆਉਣ ਲਈ, ਜਦੋਂ ਸਾਡੇ ਦੋਸ਼ੀ ਨੇ। ਲਾਰੈਂਸ ਤੇ ਜੱਗੂ ਭਗਵਾਨਪੁਰੇ ਨੂੰ ਦਿੱਲੀ ਤੋਂ ਪੰਜਾਬ ਲੈ ਕੇ ਆਉਣ ਲਈ ਕਿਉਂ ਨਹੀਂ 5 ਸਾਲ ਹੀ ਨਹੀਂ ਕੋਈ ਵਕੀਲ ਖੜਾ ਕੀਤਾ। ਮੁਖਤਾਰ ਅੰਸਾਰੀ ਨੂੰ ਰੱਖਣ ਦੇ ਲਈ ਦੁਸ਼ਯੰਤ ਦਵੇ। ਜੇ ਅਗਰ ਮੈਂ ਤੁਹਾਨੂੰ ਇਹ ਦੇਖੋ, ਮੈਂ ਬੜਾ ਵੱਡਾ ਘਾਟਾ ਹੋਇਆ ਜੀ ਪੰਜਾਬ ਨੂੰ, ਮੇਰੇ ਮਾਤਾ ਪਿਤਾ ਨੂੰ ਅਫਸੋਸ ਹੈ, ਮੈਨੂੰ ਅਫਸੋਸ ਹੈ। ਮੈਂ ਉੱਤੇ ਰਾਜਨੀਤੀ ਨਹੀਂ ਕਰਨਾ ਚਾਹੂੰਗਾ, ਕਿਉਂਕਿ ਮੈਂ ਉਹ ਫਿਰ ਦੁਹਰਾਊਂਗਾ, ਮੈਨੂੰ ਬਹੁਤ, ਹਰ ਪੰਜਾਬੀ ਨੂੰ ਦੁੱਖ ਹੈ ਜੀ। ਸਾਨੂੰ ਵੀ ਬਹੁਤ ਮੈਸੇਜ ਆਉਂਦੇ ਕਈ ਲੋਕ, ਉਹ ਇੱਕ ਬਹੁਤ ਵੱਡਾ ਘਟਨਾ ਹੋਈ ਹੈ। ਪਰ ਅਗਰ ਲਾਰੈਂਸ ਤੇ ਜੱਗੂ ਬਠਿੰਡਾ ਜੇਲ੍ਹ 'ਚ ਹੁੰਦੇ ਤਾਂ ਸ਼ਾਇਦ ਇਹ ਘਟਨਾ, ਕਿਉਂਕਿ ਉੱਥੇ ਮੈਂ ਦੱਸ ਰਿਹਾ, ਤਿਹਾੜ ਜੇਲ੍ਹ ਦੇ ਹਾਲਾਤ ਇੰਨੇ ਬੁਰੇ ਸੀ। MHA ਨੂੰ, ਇਹ ਜਿਹੜਾ ਮੈਂ ਕੇਸ ਦਾ ਜ਼ਿਕਰ ਕੀਤਾ, ਇਹਦੇ ਵਿੱਚ ਇੱਕ ਉੱਥੇ ਇਨਮੇਟ ਹੈ ਅਲਟਰਾਟੈਕ ਵਾਲਾ, ਉਹਨਾਂ ਥੱਲੇ ਆਪਣਾ ਬੇਸਮੈਂਟ 'ਚ ਆਫਿਸ ਬਣਾਇਆ ਸੀ, ਉੱਥੋਂ ਆਪਣੀ ਕਾਰਪੋਰੇਟ ਮੀਟਿੰਗਸ ਕਰਦਾ ਸੀ। ਤਾਂ ਜੇਲ੍ਹਾਂ ਦੇ ਵਿੱਚ ਇਹ ਹੁੰਦਾ ਰਿਹਾ। ਉਹਦੇ 32 ਅਫੀਸ਼ੀਅਲ ਸੁਪਰੀਮ ਕੋਰਟ ਦੇ ਕਹਿਣ 'ਤੇ ਸਸਪੈਂਡ ਹੋਏ ਸੀ। ਸੋ ਥੀਸ ਆਰ ਵੈਰੀ ਸੀਰੀਅਸ ਥਿੰਗਸ ਐਂਡ ਵਿਦ ਆਲ ਅਥਾਰਟੀ ਐਂਡ ਵਿਦ ਫੁੱਲ ਰਿਸਰਚ ਐਂਡ ਐਵਰੀਥਿੰਗ ਔਨ ਪੇਪਰ ਐਂਡ ਲੈਟ, ਮੈਂ ਤਾਂ ਹੀ CM ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਈਵਨ ਕੋਈ ਸੈਂਟਰਲ, ਮੇਰੇ ਵੱਲੋਂ ਤਾਂ ਦੇਖੋ ਸੈਂਟਰਲ ਏਜੰਸੀ ਜਾਂਚ ਕਰ ਲਵੇ ਤਾਂ ਇਹ ਫੈਕਟ ਸਾਹਮਣੇ ਆਉਣ। ਨਹੀਂ, ਆਈ ਥਿੰਕ ਪੰਜਾਬ ਪੁਲਿਸ ਇਜ਼ ਕੰਪੀਟੈਂਟ। ਮੈਂ ਕਹਿ ਰਿਹਾ ਜੀ, ਉਹ ਵੀ ਕਰ ਲੈਣ, ਦੇ ਆਰ ਓਪਨ ਟੂ ਡੂ ਇਟ। ਬਟ ਮੈਂ ਕਹਿ ਰਿਹਾ, ਮੈਨੂੰ ਆਪਣੀ ਪੁਲਿਸ ਤੇ ਪੂਰਾ ਯਕੀਨ ਹੈ, ਆਪਣੇ ਆਫਿਸਰਸ ਤੇ ਯਕੀਨ ਹੈ। ਦੇਖੋ, ਮੈਂ ਅੱਜ ਕਿਸੇ ਦਾ ਨਾਮ ਲੈ ਲਵਾਂ, ਉਹ ਚੰਗਾ ਨਹੀਂ ਲੱਗਦਾ, ਫਿਰ ਉਹ ਇੱਕ ਐਂ ਲੱਗਦਾ ਕਿ ਸ਼ਾਇਦ ਪੋਲੀਟੀਕਲ ਵੈਨਾਡੇਟਾ ਹੈ। ਬਟ ਦਿਸ ਫਾਈਲ ਵਾਜ਼ ਵੈਰੀ ਇੰਪੋਰਟੈਂਟ, ਤੇ ਇਹਦੇ ਤੇ ਫਾਈਨੈਂਸ਼ੀਅਲ, ਇਹ ਤਾਂ ਇਕੱਲਾ ਉਹ ਬਿੱਲ ਹੈ, ਤੁਸੀਂ ਸਮਝੋ, ਇੱਕ ਵਕੀਲ ਦਾ 2 ਸਾਲ 3 ਮਹੀਨੇ ਜੇਲ੍ਹ ਦਾ ਖਰਚੇ ਦੀ ਕੋਈ ਕੈਲਕੂਲੇਸ਼ਨ ਆਪਾਂ
ਲਾਈ ਨਹੀਂ ਸਕਦੇ ਜੀ, ਉਹ ਆਪਾਂ ਲਾਈ ਨਹੀਂ ਸਕਦੇ, ਉਹ ਮੈਂ ਕਿਵੇਂ ਲਾਵਾਂ ਜੀ। ਤੇ ਇਸ ਕਰਕੇ ਆ ਜਦੋਂ ਮੈਂ ਇਸੇ ਗੱਲ ਦਾ ਦੁੱਖ ਹੁੰਦਾ, ਜਦੋਂ ਪੜ੍ਹਦਾ ਮੈਂ ਵਾਈਟ ਪੇਪਰ ਜਦੋਂ ਪੜ੍ਹਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। 3 ਲੱਖ ਕਰੋੜ ਦਾ ਕਰਜ਼ਾ ਹੋਣ ਤੋਂ ਬਾਅਦ ਵੀ ਪੰਜਾਬ ਬੇਸਿਕ ਕਰਜ਼ਾ ਹੁੰਦਾ ਕੋਈ ਇਸ਼ੂ ਨਹੀਂ ਸੀ ਸਾਨੂੰ, ਮੈਨੂੰ ਕੋਈ ਦੁੱਖ ਨਾ ਹੁੰਦਾ, ਪਰ ਸਾਡੇ ਕੋਲ ਅਮੈਨਿਟੀਜ਼ ਨਹੀਂ ਹੈ। ਵੀ ਡੋਂਟ ਹੈਵ ਹਸਪੀਟल्स, ਵੀ ਡੋंट हैव स्कूल्स, वी डोंट हैव टीचर्स, सो दैट वाज एन इशू एंड वी वर स्पेंडिंग मनी। जो आज अग्निपथ के खिलाफ पारित किया गया है, क्या लगता है कि उससे सरकार जो सेंटर सरकार है उसको फर्क पड़ेगा? ਮੈਂ ਕਹਿੰਦਾ ਜੀ ਪੰਜਾਬ ਇਜ਼ ਦਾ ਫਰਸਟ ਸਟੇਟ, ਤੇ ਮੈਂ ਬੜੇ ਆંકੜਿਆਂ ਸਮੇਤ ਤੁਸੀਂ ਦੇਖੋ ਹਰ ਸਾਲ ਦੀ ਭਰਤੀ ਦੇ ਆંકੜੇ ਦਿੱਤੇ ਆ ਤੇ ਦੱਸਿਆ ਕਿ ਦਿਸ ਸਕੀਮ ਇਜ਼ ਵੈਰੀ ਡੇਂਜਰਸ Can you please tell us the facts and figures which you found? ਆਫ ਅਗਨੀਪਥ ਔਰ ਦਿਸ ਕੇਸ। Army recruitment you did. सरकार की तरफ से क्या कुछ रखी गई सर बात? ਮੈਂ ਤੁਹਾਨੂੰ ਦੱਸ ਦਿੰਦਾ ਜੀ, ਅਗਨੀਪਥ ਤੇ ਮੈਂ ਆંકੜੇ ਦੱਸਿਆ। ਪਹਿਲੀ ਗੱਲ ਤਾਂ ਮੈਂ ਕਿਹਾ ਗਿਆ ਕਿ ਅਗਨੀਪਥ सर ਸਕੀਮ, इधर से क्या ਅਗਨੀਪਥ ਜਿਹੜੀ ਸਕੀਮ ਹੈ ਉਹਨੂੰ ਇਹ ਪੇਸ਼ ਕੀਤਾ ਜਾ ਰਿਹਾ ਕਿ ਜਿਵੇਂ ਸਭ ਤੋਂ ਵੱਡੀ ਹੁਣ ਤੱਕ ਦੀ ਇੰਪਲੋਇਮੈਂਟ ਜਨਰੇਸ਼ਨ ਹੋਵੇ। ਇਹ ਇੰਪਲੋਇਮੈਂਟ ਜਨਰੇਸ਼ਨ ਨਹੀਂ, ਇੰਪਲੋਇਮੈਂਟ ਡਿਸਟਰਕਸ਼ਨ ਹੈ। ਦੇਸ਼ ਦੀ ਸਭ ਤੋਂ ਵੱਡੀ ਨੌਕਰੀ ਖਤਮ ਕੀਤੀ ਜਾ ਰਹੀ ਹੈ, ਕੋਈ ਨੌਕਰੀ ਦਿੱਤੀ ਨਹੀਂ ਜਾ ਰਹੀ ਜੀ। ਅੱਜ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਯੰਗੈਸਟ ਪਾਪੂਲੇਸ਼ਨ ਨਾਲ ਦੇਸ਼, ਸਾਡੇ ਕੋਲ 50% ਆਫ ਦਾ ਪਾਪੂਲੇਸ਼ਨ, 50% ਸਾਡੀ ਆਬਾਦੀ 25 ਸਾਲ ਤੋਂ ਹੇਠ ਹੈ। ਐਵਰੇਜ ਏਜ ਆਫ ਐਨ ਇੰਡੀਅਨ ਇਜ਼ 29। ਉਸ ਦੌਰਾਨ ਮੈਂ ਕੁਝ ਆંકੜੇ ਜਿਹੜੇ ਆ 2015-16 ਦੇ ਵਿੱਚ ਇਨ ਦ ਈਅਰ 15-16 71,804 71,000 ਰਿਕਰੂਟਮੈਂਟ ਹੋਈ। 2016-17 ਚ 52,447 52,000 ਰਿਕਰੂਟਮੈਂਟ ਹੋਈ। 2017-18 ਚ 50,000 ਰਿਕਰੂਟਮੈਂਟ ਹੋਈ। 2018-19 ਚ 53,000 ਰਿਕਰੂਟਮੈਂਟ ਹੋਈ। 2019 ਤੇ 20 ਦੇ ਵਿੱਚ 80,000 80,000 ਰਿਕਰੂਟਮੈਂਟ ਹੋਈ ਹੈ। 2020-21 ਚ 0, 2021-22 ਚ 0। ਇਸ ਵਕਤ ਤਕਰੀਬਨ ਇਹ ਦਿਸ ਇਜ਼ ਅ ਗਵਰਨਮੈਂਟ ਆਫ ਇੰਡੀਆ ਸਟੇਟਮੈਂਟ ਔਨ 10th of December 10 ਦਸੰਬਰ 2021 ਨੂੰ ਕਹਿੰਦੇ ਆ ਜੀ ਤਕਰੀਬਨ 1.25 ਲੱਖ 1.25 ਲੱਖ ਅਸਾਮੀਆਂ ਸਾਡੀ ਆਰਮਡ ਫੋਰਸਿਸ 'ਚ ਖਾਲੀ ਪਈਆਂ। 8-9 ਮਹੀਨੇ ਹੋ ਗਏ ਜੀ, ਤਕਰੀਬਨ 2 ਲੱਖ ਪੋਸਟ ਖਾਲੀ ਪਈਆਂ। 2 ਲੱਖ ਨੌਜਵਾਨਾਂ ਨੂੰ ਅੱਜ ਰੋਜ਼ਗਾਰ ਮਿਲ ਸਕਦਾ ਸੀ। ਉਹ 2 ਸਾਲਾਂ ਤੋਂ ਤਿਆਰੀ ਕਰ ਰਹੇ ਸੀ, ਟੈਸਟ ਹੋ ਗਏ, ਐਡਮਿਟ ਕਾਰਡ ਆਏ, ਸਾਰਾ ਕੁਝ ਆਇਆ, ਹਰ ਵਾਰੀ ਕੈਂਸਲ ਕਰ ਦਿੱਤਾ ਜਾਂਦਾ ਸੀ। ਅਸਲੀ ਅਗਨੀਵੀਰ ਤਾਂ ਉਹ ਨੇ ਜਿਹੜੇ 2 ਸਾਲ ਟ੍ਰੇਨ ਕਰਦੇ ਰਹੇ ਤੇ ਉਹਨਾਂ ਨੂੰ ਕੰਪਨਸੇਟ ਕਰੋ, 10-10 ਲੱਖ ਰੁਪਏ ਦਿਓ। ਕਿ ਤੁਸੀਂ ਕਹਿਤਾ ਜੀ ਉਹਨਾਂ ਦੀ ਏਜ ਨਹੀਂ, ਇਟਸ ਨਾਟ ਅਬਾਊਟ ਦ ਏਜ ਰਿਲੈਕਸੇਸ਼ਨ। ਉਹ ਦੇ ਵਰ ਸਿਲੈਕਟਡ ਐਂਡ ਜਿਹਦੇ ਲਈ ਉਹਨੇ ਫਾਰਮ ਭਰੇ ਸੀ ਉਹ 15 ਸਾਲ ਵਾਲੀ ਨੌਕਰੀ ਸੀ। ਉਹ ਇਹ ਜਿਹੜੀ 2 ਲੱਖ ਬੰਦਾ ਭਰਤੀ ਹੋਣਾ ਸੀ, ਇਹ 15 ਸਾਲ ਵਾਲੀ ਨੌਕਰੀ ਸੀ। ਇੱਕ ਫੌਜੀ ਜਾ ਕੇ 15 ਸਾਲ ਕੰਮ ਕਰਦਾ, ਉਸ ਤੋਂ ਬਾਅਦ ਤਨਖਾਹ ਮਿਲਦੀ, ਉਹਨੂੰ ਪੈਨਸ਼ਨ ਮਿਲਦੀ, ਇੱਜ਼ਤ ਮਿਲਦੀ, ਸਨਮਾਨ ਮਿਲਦਾ। ਉਹ ਕੈਂਟੀਨ ਦੇ ਉੱਤੋਂ ਹਰ ਤਰੀਕੇ ਦੀ ਗਰੋਸਰੀ ਲੈ ਸਕਦਾ। ਅਗਰ ਉਹਨੂੰ ਕੋਈ ਆਟੋਮੋਬਾਈਲ ਲੈਣਾ ਉਹ ਸਸਤਾ ਮਿਲਦਾ। ਅਗਰ ਉਹ ਬਿਮਾਰ ਹੋਵੇ, ਉਹਦਾ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੋਵੇ, ਇਲਾਜ ਫ੍ਰੀ ਹੁੰਦਾ। ਤੁਸੀਂ ਕਿ ਨੌਕਰੀ ਖਤਮ ਕਰ ਦਿੱਤੀ। ਅੱਜ 4 ਸਾਲ ਸੇਵਾ ਕਰਨ ਤੋਂ ਬਾਅਦ ਉਹ ਕੀ ਕਰੂਗਾ? ਸਾਡੇ ਲਈ ਵੀ ਸ਼ਰਮ ਵਾਲੀ, ਐਜ਼ ਅ ਇੰਡੀਅਨ ਮੇਰੇ ਲਈ ਸ਼ਰਮ ਵਾਲੀ ਗੱਲ ਹੋ ਗਈ। ਅਸੀਂ ਜਦੋਂ ਮਾਲਾਂ 'ਚ ਜਾਵਾਂਗੇ ਜਾਂ ਅਸੀਂ ਕੋਈ ਮੂਵੀ ਦੇਖਣ ਜਾਵਾਂਗੇ, ਉਹ ਬਾਹਰ ਖੜ ਕੇ ਸਲੂਟ ਮਾਰੂਗਾ। ਇਟਸ ਅ ਸ਼ੇਮ। ਆਲਰੇਡੀ ਪੈਟਰੋਲ ਡੀਜ਼ਲ ਬਹੁਤ ਮਹਿੰਗਾ ਜੀ, ਤੁਹਾਡੇ ਕੋਲ ਪੈਨਸ਼ਨ ਦੇ ਪੈਣ ਦੇ ਪੈਸੇ ਨਹੀਂ, ਰੁਪਇਆ ਹੋਰ ਲਾ ਦਿਓ, ਹਰ ਹਿੰਦੁस्तानी दे दूंगा। आपको लगता है कि विधानसभा में पारित करने के बाद सेंटर को कुछ फर्क पड़ेगा? क्योंकि देखो जी, सर क्योंकि राज्यपाल को पहले भेजा भी- जाएगा, उम्मीद है कि पहले वहाँ भी पर- कैबिनेट ਮੈਂ ने ਤੁਹਾਨੂੰ ਦੱਸਦਾ पारित ਦੇਖੋ किया ਜੀ, था। ਮੈਂ ਤੁਹਾਨੂੰ ਦੱਸਦਾ ਖੇਤੀ ਦੇਖੋ ਬਾੜੀ। ਦੇਖੋ ਸਿੰਪਲ ਜੀ ਗੱਲ ਹੈ, ਥੀਸ ਆਰ ਵੈਰੀ ਸੀਰੀਅਸ ਇਸ਼ੂਜ਼ ਐਂਡ ਆਲਸੋ ਇਹਦੇ ਤੇ ਹੋਰ ਵੀ ਇਹ ਦੇਸ਼ ਦੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ। ਇਟਸ ਹਾਈ ਟਾਈਮ ਅਸੀਂ ਆਪਣਾ ਫਰਜ਼ ਨਿਭਾ ਦਿੱਤਾ। ਦੇਸ਼ ਸ਼ੁੱਡ ਰਿਅਲਾਈਜ਼ ਇਟ ਐਂਡ ਦੇ ਸ਼ੁੱਡ ਟੇਕ ਇਟ अमित शाह ने ਥੈਂਕ ਯੂ। मुलाकात की। ਤੇ ਬਿਲਕੁਲ ਹਰਜੋਤ ਬੈਂਸ ਨੇ ਸਪਸ਼ਟ ਰੂਪ 'ਚ ਕਿਹਾ ਕਿ ਆਖਰ ਜੇਕਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ 'ਚ ਬੰਦ ਹੁੰਦੇ ਤਾਂ ਸਿੱਧੂ ਮੂਸੇਵਾਲੇ ਦਾ ਕਤਲ ਸ਼ਾਇਦ ਨਾ ਹੁੰਦਾ, ਕਿਉਂਕਿ ਕਹਿੰਦੇ ਤਿਹਾੜ ਜੇਲ੍ਹ ਤਾਂ ਇਹੋ ਜਿਹੀ ਹੈ ਜਿੱਥੇ ਅੰਡਰਗਰਾਉਂਡ ਵੀ ਕਈ ਗੈਂਗਸਟਰ ਨੇ ਜਿਹੜੇ ਆਪਦੇ ਦਫ਼ਤਰ ਚਲਾਉਂਦੇ ਨੇ। ਕਿ ਵੱਡੀ ਇਨਕੁਆਇਰੀ ਦਾ ਵਿਸ਼ਾ ਬਣ ਚੁੱਕਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਸਪਸ਼ਟ ਕਰਤਾ ਕਿ ਜੇ ਕੋਈ ਮੈਂ ਗੱਲਾਂ ਕਹਿ ਰਿਹਾ ਉਹ ਬਿਨਾਂ ਕਿਸੇ ਦਾਅਵਿਆਂ ਤੋਂ ਨਹੀਂ ਗਈਆਂ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ, ਮਿਸਿੰਗ ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।